Hello students, I'm Sukhvinder Kaur from Department of Economics, GGDST College ਹਰਿਆਣਾ ਹੁਸ਼ਿਆਰਪੁਰ। ਅੱਜ ਇਸ ਲੈਕਚਰ ਦੇ ਵਿੱਚ ਅਸੀਂ ਕਰਾਂਗੇ ਨਰਕਸੇ ਥਿਊਰੀ ਆਫ ਡਿਸਗਾਈਜ਼ਡ ਅਨਐਮਪਲੋਇਮੈਂਟ, ਅਦ੍ਰਿਸ਼ ਬੇਰੁਜ਼ਗਾਰੀ ਦਾ ਜਾਂ ਛੁਪੀ ਬੇਰੁਜ਼ਗਾਰੀ ਦਾ ਨਰਕਸੇ ਦਾ ਸਿਧਾਂਤ। ਦੇਖੋ ਸਿਧਾਂਤ ਕੀ ਆ, ਉਹ ਕਹਿੰਦਾ ਕਿ ਵਰਲਡ ਦੇ ਵਿੱਚ ਬਹੁਤ ਸਾਰੇ ਅੰਡਰ ਡਿਵੈਲਪ ਕੰਟਰੀਜ਼ ਆ, ਔਰ ਅੰਡਰ ਡਿਵੈਲਪ ਕੰਟਰੀਜ਼ ਦੀ ਇੱਕ ਹੋਰ ਜਿਹੜੀ ਵੱਡੀ ਪ੍ਰੋਬਲਮ ਹੁੰਦੀ ਹੈ ਕਿ ਉੱਥੇ ਪਾਪੂਲੇਸ਼ਨ ਬਹੁਤ ਜ਼ਿਆਦਾ ਹੁੰਦੀ। ਇੱਕ ਤਾਂ ਅੰਡਰ ਡਿਵੈਲਪ ਕੰਟਰੀਜ਼ ਆ, ਡਿਵੈਲਪਮੈਂਟ ਨਹੀਂ ਆ, ਕੈਪੀਟਲ ਫਾਰਮੇਸ਼ਨ ਨਹੀਂ ਆ, ਕੈਪੀਟਲ ਨਹੀਂ ਆ, ਅਤੇ ਇਨਵੈਸਟਮੈਂਟ ਨਹੀਂ ਆ, ਇਨਕਮ ਨਹੀਂ, ਸੇਵਿੰਗ ਨਹੀਂ ਆ, ਅਤੇ ਇੰਪਲੋਇਮੈਂਟ ਦੇ ਜਿਹੜੇ ਮੌਕੇ ਆ, ਜਿਹੜੇ ਅਪਰਚੁਨਿਟੀਜ਼ ਆ ਉਹ ਵੀ ਘੱਟ ਆ, ਬਹੁਤੇ ਲੋਕ ਬੇਰੁਜ਼ਗਾਰ ਹੁੰਦੇ ਆ। ਅਤੇ ਇਸ ਤੋਂ ਇਲਾਵਾ ਜਿਹੜਾ ਮੇਨ ਆਕਿਊਪੇਸ਼ਨ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਹੋਣਾ ਉਹ ਐਗਰੀਕਲਚਰ ਹੈ, ਔਰ ਐਗਰੀਕਲਚਰ ਦੇ ਵਿੱਚ ਜਿਹੜੇ ਲੋਕ ਆ ਉਹ ਕੰਮ 'ਤੇ ਲੱਗੇ ਹੋਏ ਆ। ਅਤੇ ਐਗਰੀਕਲਚਰ ਦੇ ਵਿੱਚ ਕਈ ਵਾਰ ਮੋਰ ਦੈਨ ਰਿਕੁਆਇਰਡ, ਮਤਲਬ ਜਿੰਨੇ ਲੋਕ ਸਾਨੂੰ ਕੰਮ 'ਤੇ ਚਾਹੀਦੇ ਆ ਉਹ ਤੋਂ ਜ਼ਿਆਦਾ ਲੋਕ ਕੰਮ 'ਤੇ ਲੱਗੇ ਰਹਿੰਦੇ ਆ। ਅਤੇ ਜੇ ਆਪਾਂ ਉਹਦੇ ਵਿੱਚ ਥੋੜ੍ਹੇ ਲੋਕਾਂ ਨੂੰ ਕੰਮ ਤੋਂ ਹਟਾ ਵੀ ਦਈਏ ਤਾਂ ਵੀ ਸਾਡੇ ਉਤਪਾਦਨ ਦੇ ਉੱਤੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ। ਇਸ ਲਈ ਉਹ ਜਿਹੜੇ ਵਾਧੂ ਲੋਕ ਆ ਉਹਨਾਂ ਨੂੰ ਅਸੀਂ ਛੁਪੇ ਬੇਰੁਜ਼ਗਾਰ ਕਹਿੰਦੇ ਆ, ਕਿਉਂਕਿ ਜੇ 20 ਲੋਕ ਕੰਮ 'ਤੇ ਲੱਗੇ ਹੋਏ ਆ ਅਤੇ ਉਹਦੇ ਵਿੱਚੋਂ ਅਸੀਂ 7 ਜਾਂ 8 ਲੋਕਾਂ ਨੂੰ ਹਟਾ ਵੀ ਦਿੰਦੇ ਆ ਤਾਂ ਵੀ ਸਾਡੀ ਜੇ ਪ੍ਰੋਡਕਸ਼ਨ ਉਨੀ ਹੀ ਰਹਿੰਦੀ ਪਈ ਆ, ਤਾਂ ਇਹਦਾ ਮਤਲਬ ਜਿਹੜੇ 7-8 ਉੱਪਰਲੇ ਲੋਕ ਆ, ਮੰਨ ਲਓ 8 ਆ, ਅਤੇ ਉਹ ਛੁਪੇ ਬੇਰੁਜ਼ਗਾਰ ਆ। ਪਰ ਹੁਣ ਉਹ 20 ਦੇ ਵਿੱਚੋਂ ਕਿਹੜੇ 8 ਬੇਰੁਜ਼ਗਾਰ ਆ, ਛੁਪੇ ਬੇਰੁਜ਼ਗਾਰ ਕਿਹੜੇ 8 ਆ ਜਿਹੜੇ ਕੰਮ ਨਹੀਂ ਕਰਦੇ ਪਏ, ਕਿਹੜੇ 8 ਆ ਜਿਨ੍ਹਾਂ ਦੀ ਪ੍ਰੋਡਕਟਿਵਿਟੀ ਜ਼ੀਰੋ ਆਉਂਦੀ ਪਈ ਆ। ਬਹੁਤ ਔਖਾ ਹੈ ਇਹ ਲੱਭਣਾ, ਪਰ ਇਹ ਛੁਪੀ ਬੇਰੁਜ਼ਗਾਰੀ ਹੁੰਦੀ ਹੈ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ। ਅਤੇ ਜੇ ਆਪਾਂ ਡਿਵੈਲਪਮੈਂਟ ਪ੍ਰੋਸੈਸ ਸ਼ੁਰੂ ਕਰਨਾ ਚਾਹੁੰਦੇ ਹਾਂ ਤਾਂ ਨਕਸ਼ੇ ਦਾ ਮੰਨਣਾ ਸੀਗਾ ਕਿ ਉਹ ਜਿਹੜੇ ਛੁਪੇ ਬੇਰੁਜ਼ਗਾਰ ਆ ਉਹਨਾਂ ਨੂੰ ਫਾਈਂਡ ਆਊਟ ਕਰਕੇ, ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਸ਼ਿਫਟ ਕਰ ਦਿਓ, ਅਤੇ ਉਹ ਆਪਣੇ ਫੂਡ ਗ੍ਰੇਨਸ ਦੀਆਂ ਲੋੜਾਂ ਲਈ, ਆਪਣੀਆਂ ਡੇਲੀ ਦੀਆਂ ਲੋੜਾਂ ਲਈ ਐਗਰੀਕਲਚਰ 'ਤੇ ਡਿਪੈਂਡੈਂਟ ਰਹਿਣ। ਅਤੇ ਇਹਦੇ ਨਾਲ ਹੋਏਗਾ ਕਿ ਇੱਕ ਤਾਂ ਐਗਰੀਕਲਚਰ 'ਤੇ ਬਰਡਨ ਘੱਟ ਜਾਏਗਾ, ਬੇਸ਼ੱਕ ਉਹ ਖਾਣ ਪੀਣ ਦੀਆਂ ਲੋੜਾਂ ਲਈ ਐਗਰੀਕਲਚਰ ਦੇ ਉੱਤੇ ਰਹਿਣਗੇ, ਪਰ ਵੈਸੇ ਉਹ ਐਗਰੀਕਲਚਰ ਦੇ ਵਿੱਚੋਂ ਸ਼ਿਫਟ ਹੋ ਜਾਣਗੇ ਉੱਧਰ ਇੰਡਸਟਰੀ 'ਚ। ਅਤੇ ਦੂਸਰੀ ਸਾਈਡ ਇੰਡਸਟਰੀ ਦੇ ਵਿੱਚ ਸਾਨੂੰ ਘੱਟ ਰੇਟ ਦੇ ਉੱਤੇ ਜਾਂ ਸਸਤੀ ਜਿਹੜੀ ਲੇਬਰ ਉਹ ਮਿਲ ਜਾਏਗੀ, ਅਤੇ ਸਾਡੀ ਜਿਹੜੀ ਡਿਵੈਲਪਮੈਂਟ ਪ੍ਰੋਸੈਸ ਆ ਉਹ ਸ਼ੁਰੂ ਹੋ ਜਾਏਗੀ। ਅਤੇ ਇਹਦੇ ਵਿੱਚ ਉਹਨੇ ਕਿਹਾ ਡਿਸਗਾਈਜ਼ਡ ਅਨਐਮਪਲੋਇਮੈਂਟ ਹੈ ਜਿਹੜੀ, ਉਹਨੂੰ ਤੁਸੀਂ ਐਜ਼ ਅ ਪੋਟੈਂਸ਼ੀਅਲ ਸੋਰਸ ਆਫ ਸੇਵਿੰਗ ਯੂਜ਼ ਕਰੋ, ਐਜ਼ ਅ ਪੋਟੈਂਸ਼ੀਅਲ ਸੋਰਸ ਆਫ ਕੈਪੀਟਲ ਫਾਰਮੇਸ਼ਨ ਜਿਹੜੀ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਯੂਜ਼ ਕਰੋ। ਮੀਨਜ਼ ਉਹ ਕਹਿੰਦੇ ਆ ਕਿ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਜਿਹੜੀ ਡਿਵੈਲਪਮੈਂਟ ਪ੍ਰੋਸੈਸ ਆ ਉਹ ਛੁਪੇ ਬੇਰੁਜ਼ਗਾਰਾਂ ਦੀ ਹੈਲਪ ਦੇ ਨਾਲ ਜਿਹੜੀ ਆ ਉਹ ਸ਼ੁਰੂ ਕਰਨੀ ਚਾਹੀਦੀ ਹੈ। ਛੁਪੇ ਬੇਰੁਜ਼ਗਾਰਾਂ ਨੂੰ ਅਸੀਂ ਐਜ਼ ਅ ਸੇਵਿੰਗ, ਐਜ਼ ਅ ਕੈਪੀਟਲ ਫਾਰਮੇਸ਼ਨ ਜਿਹੜਾ ਉਹ ਯੂਜ਼ ਕਰ ਸਕਦੇ ਹਾਂ, ਕਿਉਂਕਿ ਛੁਪੇ ਬੇਰੁਜ਼ਗਾਰ ਜਿਹੜੇ ਉਹ ਘੱਟ ਰੇਟ ਦੇ ਉੱਤੇ, ਕਿਉਂਕਿ ਐਗਰੀਕਲਚਰ ਸੈਕਟਰ ਦੇ ਵਿੱਚ ਵੈਸੇ ਹੀ ਵੇਜਸ ਘੱਟ ਹੋਣਗੀਆਂ, ਇੰਡਸਟਰੀ ਦੇ ਵਿੱਚ ਵੈਸੇ ਜ਼ਿਆਦਾ ਹੋਣਗੀਆਂ, ਪਰ ਜਦੋਂ ਤੁਸੀਂ ਉਹਨਾਂ ਨੂੰ ਐਗਰੀਕਲਚਰ ਤੋਂ ਇੰਡਸਟਰੀ 'ਚ ਸ਼ਿਫਟ ਕਰਦੇ ਹੋ ਅਤੇ ਉਹਨਾਂ ਨੂੰ ਤੁਸੀਂ ਜਿੰਨੀਆਂ ਇੰਡਸਟਰੀ ਦੀਆਂ ਵੇਜਸ ਦਿੰਦੇ ਹੋ ਉਹਦੇ ਨਾਲ ਥੋੜ੍ਹੀਆਂ ਘੱਟ ਵੀ ਵੇਜਸ ਦੇ ਦੋਗੇ ਤਾਂ ਵੀ ਉਹ ਐਗਰੀਕਲਚਰ ਤੋਂ ਕਿਉਂਕਿ ਜ਼ਿਆਦਾ ਹੋਣਗੀਆਂ ਅਤੇ ਉਹ ਆਸਾਨੀ ਨਾਲ ਉੱਥੇ ਕੰਮ ਕਰਨ ਨੂੰ ਤਿਆਰ ਹੋ ਜਾਣਗੇ। ਅੱਗੇ ਹੈਗਾ ਜੀ ਨੇਚਰ ਆਫ ਇੰਪਲੋਇਮੈਂਟ ਇਨ ਡਿਵੈਲਪਡ ਐਂਡ ਅੰਡਰ ਡਿਵੈਲਪ ਕੰਟਰੀਜ਼। ਹੁਣ ਜਿਹੜੇ ਦੋ ਤਰ੍ਹਾਂ ਦੀਆਂ ਕੰਟਰੀਜ਼ ਆ, ਉਹ ਡਿਵੈਲਪ ਕੰਟਰੀਜ਼ ਆ ਅਤੇ ਅੰਡਰ ਡਿਵੈਲਪ ਕੰਟਰੀਜ਼ ਆ, ਇਹਨਾਂ ਦੇ ਵਿੱਚ ਜਿਹੜੀਆਂ ਨੇਚਰ ਕਿਸ ਤਰ੍ਹਾਂ ਦੀ ਹੁੰਦੀ ਆ ਅਨਪਲੋਇਮੈਂਟ ਦੀ। ਅੰਡਰ ਡਿਵੈਲਪ ਅਤੇ ਡਿਵੈਲਪ ਕੰਟਰੀਜ਼ ਦੇ ਵਿੱਚ ਅਨਪਲੋਇਮੈਂਟ ਦੋਨਾਂ ਦੇ ਵਿੱਚ ਹੁੰਦੀ ਆ। ਹਾਂ, ਇਹ ਗੱਲ ਆ ਕਿ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਅਨਪਲੋਇਮੈਂਟ ਜ਼ਿਆਦਾ ਹੁੰਦੀ ਆ, ਡਿਵੈਲਪ ਕੰਟਰੀਜ਼ ਦੇ ਵਿੱਚ ਉਹ ਰੇਟ ਘੱਟ ਹੁੰਦਾ ਆ। ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਆਮ ਕਰਕੇ ਸਾਈਕਲੀਕਲ ਸਾਈਕਲੀਕਲ ਅਨਪਲੋਇਮੈਂਟ ਮਿਲਦੀ ਆ। ਇਹਦਾ ਮਤਲਬ ਹੁੰਦਾ ਕਿ ਉਹ ਥੋੜ੍ਹੇ ਟਾਈਮ ਲਈ ਕਿਤੇ ਅਨਪਲਾਈਡ ਹੁੰਦੇ ਆ ਕਿ ਲੇਬਰਸ ਦੀ ਡਿਮਾਂਡ ਨਹੀਂ ਆ, ਅਦਰਵਾਈਜ਼ ਲਾਈਕ ਕਿਤੇ ਮੰਦੀ ਆ ਜਾਏ, ਡਿਪਰੈਸ਼ਨ ਆ ਜਾਏ, ਤਾਂ ਜੇ ਕਿਤੇ ਉਤਪਾਦਨ ਘੱਟ ਜਾਏ। ਹੋਰ ਇਸ ਤੋਂ ਇਲਾਵਾ ਉਹਨਾਂ ਕੰਟਰੀਜ਼ ਦੇ ਵਿੱਚ ਫ੍ਰਿਕਸ਼ਨਲ ਅਨਪਲੋਇਮੈਂਟ ਪਾਈ ਜਾਂਦੀ ਆ, ਜਿਹੜੀ ਕਿਸੇ ਬਣਤਰ ਦੇ ਕਰਕੇ ਆਉਂਦੀ ਆ, ਉਹਨੂੰ ਸਟਰਕਚਰਲ ਅਨਪਲੋਇਮੈਂਟ ਪਾਈ ਜਾਂਦੀ ਹੈ। ਸਟਰਕਚਰਲ ਅਨਪਲੋਇਮੈਂਟ ਕੀ ਹੁੰਦੀ ਆ, ਜਦੋਂ ਕੋਈ ਇੰਡਸਟਰੀ ਲੌਂਗ ਟਰਮ ਦੇ ਲਈ ਕਿਤੇ ਲੋਸ ਜਾਣੀ ਸ਼ੁਰੂ ਹੋ ਜਾਂਦੀ ਹੈ, ਉਹਦੇ ਕਰਕੇ ਜਿਹੜੀ ਅਨਪਲੋਇਮੈਂਟ ਜਿਹੜੀ ਕ੍ਰੀਏਟ ਹੁੰਦੀ ਆ ਉਹਨੂੰ ਤੁਸੀਂ ਸਟਰਕਚਰਲ ਅਨਪਲੋਇਮੈਂਟ ਕਹਿੰਦੇ ਹੋ। ਔਰ ਇਹ ਜਿਹੜੀ ਅਨਪਲੋਇਮੈਂਟ ਹੁੰਦੀ ਹੈ ਇਹਦੇ ਕਰਕੇ ਇਹ ਕਦੋਂ ਪੈਦਾ ਹੁੰਦੀ ਹੈ, ਜਦੋਂ ਪ੍ਰੋਡਕਸ਼ਨ ਦੇ ਜਿਹੜੇ ਸਾਧਨ ਆ, ਕੈਪੀਟਲ ਆ ਜਾਂ ਲੈਂਡ ਆ, ਉਹਦੇ ਵਿੱਚ ਕਮੀ ਹੋਵੇ, ਜਾਂ ਜਿਹੜੇ ਤੁਹਾਡੇ ਇੰਡਸਟਰੀ ਇਹਦੇ ਵਿੱਚ ਜੇ ਕੰਮ ਕਰਦੇ ਲੇਬਰਰਸ ਆ ਉਹ ਸਿੱਖਿਅਤ ਹੋਣ ਪਰ ਉਹਨਾਂ ਕੋਲ ਨਵੇਂ ਇੰਡਸਟਰੀ ਦੀ ਜਿਹੜੀ ਸਕਿੱਲ ਆ ਉਹ ਨਾ ਹੋਵੇ, ਜਾਂ ਫਿਰ ਉਹਨਾਂ ਦੀ ਜਿਹੜੇ ਕੁਝ ਉਦਯੋਗ ਆ ਕਿਉਂਕਿ ਟੈਕਨੀਕ ਪੁਰਾਣੀ ਆ ਉਹਦੇ ਕਰਕੇ ਉਹਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੋਵੇ, ਅਤੇ ਉਹ ਜਿਹੜੀ ਸਟਰਕਚਰਲ ਅਨਪਲੋਇਮੈਂਟ ਦੇ ਕਰਕੇ ਆ ਜਾਂਦੀ ਹੈ। ਪਰ ਜਿਹੜੇ ਦੂਜੇ ਪਾਸੇ ਅੰਡਰ ਡਿਵੈਲਪ ਕੰਟਰੀਜ਼ ਹੁੰਦੇ ਆ, ਅੰਡਰ ਡਿਵੈਲਪ ਕੰਟਰੀਜ਼ ਦੀ ਵਿੱਚ ਜਿਹੜੀ ਅਨਪਲੋਇਮੈਂਟ ਦੀ ਪ੍ਰੋਬਲਮ ਆ ਉਹ ਥੋੜ੍ਹੀ ਅਲੱਗ ਹੋਏਗੀ, ਉਹ ਜ਼ਿਆਦਾ ਸੀਰੀਅਸ ਵਾਲੀ ਪ੍ਰੋਬਲਮ ਹੋਏਗੀ। ਇੰਡੀਆ ਦੇ ਵਿੱਚ ਆਮ ਕਰਕੇ
ਇੰਡਸਟਰੀਅਲ ਅਨਪਲਾਈਡ ਵੀ ਪਾਏ ਜਾਂਦੇ ਆ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ, ਲਾਈਕ ਇੰਡੀਆ। ਔਰ ਇਹ ਇੰਡਸਟਰੀਅਲ ਅਨਪਲਾਈਡ ਆਮ ਕਰਕੇ ਖੈਰ ਡਿਵੈਲਪ ਕੰਟਰੀਜ਼ ਦੇ ਵਿੱਚ ਵੀ ਪਾਏ ਜਾਂਦੇ ਆ, ਜਿਹੜੇ ਇੰਡਸਟਰੀ ਦੇ ਵਿੱਚ ਹੋਣਗੇ। ਔਰ ਜਿਹੜੇ ਅੰਡਰ ਡਿਵੈਲਪ ਕੰਟਰੀਜ਼ ਆ ਉਹਨਾਂ ਦੇ ਵਿੱਚ ਖੈਰ ਇੰਡਸਟਰੀਅਲ ਅਨਪਲਾਈਮੈਂਟ ਘੱਟ ਪਾਈ ਜਾਂਦੀ ਹੈ। ਇੰਡਸਟਰੀਅਲ ਅਨਪਲਾਈਮੈਂਟ ਵੀ ਜ਼ਿਆਦਾ ਡਿਵੈਲਪ ਕੰਟਰੀਜ਼ ਦੇ ਵਿੱਚ ਪਾਈ ਜਾਏਗੀ। ਮੀਨਸ ਇੰਡਸਟਰੀਅਲ ਅਨਪਲਾਈਮੈਂਟ ਜਿਹੜੇ ਲੋਕ ਇੰਡਸਟਰੀ 'ਚ ਆ ਬਟ ਅਨਪਲਾਈਡ ਹੈ, ਇਹ ਦੋਨਾਂ ਦੇਸ਼ਾਂ 'ਚ ਪਾਏ ਜਾਂਦੇ ਆ, ਦੋਨਾਂ ਤਰ੍ਹਾਂ ਦੀਆਂ ਕੰਟਰੀਜ਼ ਦੇ ਵਿੱਚ। ਮੀਨਸ ਡਿਵੈਲਪਡ ਅਤੇ ਅੰਡਰ ਡਿਵੈਲਪਡ ਜਾਂ ਡਿਵੈਲਪਿੰਗ ਦੋਨਾਂ ਦੇ ਵਿੱਚ ਪਾਏ ਜਾਂਦੇ ਆ, ਪਰ ਜ਼ਿਆਦਾ ਇਹ ਜਿਹੜੀ ਇੰਡਸਟਰੀਅਲ ਡਿਵੈਲਪਮੈਂਟ ਆ ਅਨਪਲਾਈਮੈਂਟ ਆ ਇਹ ਤੁਹਾਡੀ ਜਿਹੜੇ ਡਿਵੈਲਪ ਕੰਟਰੀਜ਼ ਆ ਉਹਨਾਂ 'ਚ ਪਾਈ ਜਾਏਗੀ। ਅਤੇ ਜਿਹੜੇ ਅੰਡਰ ਡਿਵੈਲਪ ਕੰਟਰੀਜ਼ ਆ ਉੱਥੇ ਕਿਹੜੀ ਅਨਪਲਾਈਮੈਂਟ ਪਾਈ ਜਾਂਦੀ ਆ? ਡਿਸਗਾਈਜ਼ਡ, ਛੁਪੀ ਬੇਰੁਜ਼ਗਾਰੀ। ਕਿਉਂਕਿ ਮੇਨ ਆਕੂਪੇਸ਼ਨ ਖੇਤੀ ਹੈ ਅਤੇ ਖੇਤੀ ਦੇ ਵਿੱਚ ਮੋਰ ਦੈਨ ਰਿਕੁਆਇਰਡ, ਜ਼ਰੂਰਤ ਤੋਂ ਜ਼ਿਆਦਾ ਲੋਕ ਜਿਹੜੇ ਕੰਮ 'ਤੇ ਲੱਗੇ ਹੁੰਦੇ ਆ, ਔਰ ਉਹਦੇ ਕਰਕੇ ਉਹ ਜਿਹੜੇ ਵਾਧੂ ਲੋਕ ਕੰਮ 'ਤੇ ਲੱਗੇ ਹੁੰਦੇ ਆ ਉਹ ਛੁਪੇ ਬੇਰੁਜ਼ਗਾਰ ਕਹਾਉਂਦੇ ਆ। ਡਿਫਰੈਂਸ ਅੱਗੇ ਕਰਨ ਜਾ ਰਹੇ ਹਾਂ ਆਪਾਂ ਬਿਟਵੀਨ ਡਿਸਗਾਈਜ਼ਡ ਐਂਡ ਇੰਡਸਟਰੀਅਲ ਅਨਇੰਪਲਾਇਮੈਂਟ। ਡਿਸਗਾਈਜ਼ਡ ਅਤੇ ਇੰਡਸਟਰੀਅਲ ਅਨਇੰਪਲਾਇਮੈਂਟ ਦੇ ਵਿੱਚ ਡਿਸਗਾਈਜ਼ਡ ਐਂਡ ਇੰਡਸਟਰੀਅਲ ਅਨਇੰਪਲਾਇਮੈਂਟ ਦੇ ਵਿੱਚ ਕੀ ਡਿਫਰੈਂਸ ਆ? ਜਿਹੜੇ ਡਿਸਗਾਈਜ਼ਡ ਅਨਇੰਪਲਾਇਮੈਂਟ ਆ ਉਹ ਛੁਪੇ ਬੇਰੁਜ਼ਗਾਰ ਹੁੰਦੇ ਆ। ਕਿਸੇ ਵੀ ਮਨੁੱਖ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਅਸਲ 'ਚ ਬੇਰੁਜ਼ਗਾਰ ਆ, ਮਤਲਬ ਕੰਮ 'ਤੇ ਤਾਂ ਉਹ ਲੱਗਾ ਹੀ ਹੋਇਆ, ਬੇਸ਼ੱਕ ਸਾਨੂੰ ਲੱਗਦਾ ਉਹਦੀ ਪ੍ਰੋਡਕਟਿਵਿਟੀ ਜ਼ੀਰੋ ਆਉਂਦੀ ਆ, ਪਰ ਸਾਨੂੰ ਡਾਇਰੈਕਟਲੀ ਉਹ ਦਿਖਾਈ ਨਹੀਂ ਦਿੰਦਾ ਕਿ ਉਹ ਸੱਚੀ ਅਨਇੰਪਲਾਇਡ ਆ। ਅਤੇ ਦੂਸਰੇ ਪਾਸੇ ਇੰਡਸਟਰੀਅਲ ਅਨਇੰਪਲਾਇਮੈਂਟ ਆ, ਇੰਡਸਟਰੀਅਲ ਅਨਇੰਪਲਾਇਮੈਂਟ ਸਾਨੂੰ ਡਾਇਰੈਕਟਲੀ ਪਤਾ ਲੱਗ ਜਾਂਦਾ ਕਿ ਬੰਦਾ ਕੰਮ 'ਤੇ ਨਹੀਂ ਲੱਗਾ ਹੋਇਆ। ਮਤਲਬ ਜਿਹੜੀ ਛੁਪੀ ਬੇਰੁਜ਼ਗਾਰੀ ਆ ਉਹ ਬੰਦਿਆਂ ਨੂੰ ਡਿਸਗਾਈਜ਼ਡ ਅਨਇੰਪਲਾਇਡ ਨੂੰ ਫਾਈਂਡ ਆਊਟ ਕਰਨਾ ਬਹੁਤ ਔਖਾ ਆ, ਅਤੇ ਇੰਡਸਟਰੀਅਲ ਅਨਇੰਪਲਾਇਮੈਂਟ ਜਿਹੜੀ ਆ ਉਹ ਆਸਾਨੀ ਨਾਲ ਸਾਹਮਣੇ ਦਿਖਾਈ ਦਿੰਦੀ ਆ। ਜਿਹੜੇ ਡਿਸਗਾਈਜ਼ਡ ਅਨਇੰਪਲਾਇਡ ਆ ਉਹ ਅਸਲ 'ਚ ਆਪਣੇ ਪ੍ਰਾਈਵੇਟ ਜਿਹੜੇ ਉਹਨਾਂ ਦੇ ਪਰਸਨਲ ਕੰਮ ਆ, ਪਰਸਨਲ ਆਪਣੇ ਖੇਤ ਆ ਉੱਥੇ ਕੰਮ 'ਤੇ ਲੱਗੇ ਹੁੰਦੇ ਆ, ਪਰ ਕਿਉਂਕਿ ਜਿਹੜੇ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਉਹ ਆਪਣੀ ਇੰਡਸਟਰੀ 'ਚ ਤਾਂ ਕੰਮ ਕਰਦੇ ਨਹੀਂ, ਉਹ ਤਾਂ ਮਾਲਕ ਨਹੀਂ ਹੁੰਦੇ, ਮਾਲਕ ਤਾਂ ਕੋਈ ਹੋਰ ਹੁੰਦਾ, ਇਸ ਕਰਕੇ ਉਹਨਾਂ ਨੂੰ ਆਸਾਨੀ ਨਾਲ ਪਹਿਚਾਣਿਆ ਜਾ ਸਕਦਾ। ਇੰਡਸਟਰੀਅਲ ਅਨਇੰਪਲਾਇਮੈਂਟ ਹੈ ਜਿਹੜੀ ਉਹਨੂੰ ਤੁਸੀਂ ਮਨੀ ਦੇ ਵਿੱਚ, ਮਨੀ ਸਪਲਾਈ ਦੇ ਵਿੱਚ ਵਾਧਾ ਕਰਕੇ ਘੱਟ ਕਰ ਸਕਦੇ ਹੋ, ਖਤਮ ਕਰ ਸਕਦੇ ਹੋ, ਪਰ ਡਿਸਗਾਈਜ਼ਡ ਅਨਇੰਪਲਾਇਮੈਂਟ ਨੂੰ ਖਤਮ ਕਰਨਾ, ਉਹਨੂੰ ਘੱਟ ਕਰਨਾ, ਈਵਨ ਪਹਿਲੇ ਉਹਨੂੰ ਫਾਈਂਡ ਆਊਟ ਕਰਨਾ ਹੀ ਔਖਾ ਕੰਮ ਆ। ਉਸ ਤੋਂ ਬਾਅਦ ਫਿਰ ਉਹੀ ਡਿਸਗਾਈਜ਼ਡ ਅਨਇੰਪਲਾਇਮੈਂਟ ਨੂੰ ਮਾਪਣਾ ਬਹੁਤ ਔਖਾ ਆ। 20 ਦੇ ਵਿੱਚੋਂ 15 ਲੋਕ ਸੱਚੀ ਚਾਹੀਦੇ ਆ ਸਾਨੂੰ, 16 ਚਾਹੀਦੇ ਆ ਜਾਂ 12 ਲੋਕ ਚਾਹੀਦੇ ਆ, ਇਹ ਪਤਾ ਲਗਾਉਣਾ ਬਹੁਤ ਔਖਾ ਕੰਮ ਆ। ਬੇਸ਼ੱਕ ਬਹੁਤ ਸਾਰੇ ਐਕਸਪਰਟਸ ਆ, ਲਾਈਕ UN ਐਕਸਪਰਟਸ ਆ, ਉਹਨਾਂ ਨੇ ਅੰਦਾਜ਼ਾ ਲਗਾਇਆ ਸੀ ਕਿ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹਦੇ ਵਿੱਚੋਂ 25% ਲੋਕ ਆ ਜਿਹੜੇ ਉਹ ਛੁਪੇ ਬੇਰੁਜ਼ਗਾਰ ਹੁੰਦੇ ਆ। ਉਸ ਤੋਂ ਬਾਅਦ ਅਗਲਾ ਹੈਗਾ ਮੀਨਿੰਗ ਆਫ ਡਿਸਗਾਈਜ਼ਡ ਅਨਇੰਪਲਾਇਮੈਂਟ। ਬੇਸ਼ੱਕ ਆਪਾਂ ਕਿੰਨੀ ਵਾਰ ਕਰ ਚੁੱਕੇ ਹਾਂ, ਪਰ ਇੱਥੇ ਫਿਰ ਵੀ ਸਾਨੂੰ ਕਰਨਾ ਪਏਗਾ, ਦੇਖਣਾ ਪਏਗਾ। Disguised unemployment is the situation in which more persons are employed to do a job which can be done with equal efficiency by a less number of workers. Means ਇਹ ਉਹ ਹਾਲਾਤ ਆ, ਇਹ ਉਹ ਸਿਚੁਏਸ਼ਨ ਆ ਜਿਸ ਵਿੱਚ ਜਿੰਨੇ ਵਰਕਰਸ, ਜਿੰਨੇ ਲੇਬਰਰਸ ਕੰਮ 'ਤੇ ਲੱਗੇ ਹੋਏ ਆ, ਜਿੰਨੇ ਲੇਬਰਰਸ ਕੰਮ 'ਤੇ ਲੱਗੇ ਹੋਏ ਆ ਉਹਨਾਂ ਦੇ ਵਿੱਚੋਂ ਜੇਕਰ ਥੋੜ੍ਹੇ ਜਿਹੇ ਲੋਕਾਂ ਨੂੰ ਅਸੀਂ ਕੰਮ ਤੋਂ ਹਟਾ ਵੀ ਦਿੰਦੇ ਹਾਂ ਤਾਂ ਵੀ ਤੁਹਾਡੀ ਆਊਟਪੁੱਟ ਦੇ ਉੱਤੇ, ਤੁਹਾਡੀ ਪ੍ਰੋਡਕਸ਼ਨ ਦੇ ਉੱਤੇ ਕੋਈ ਵੀ ਅਸਰ ਨਹੀਂ ਪਏਗਾ। ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਆਮ ਕਰਕੇ ਲੋਕ ਉਦਯੋਗ ਅਤੇ ਦੂਜੇ ਹੋਰ ਖੇਤਰ ਵਿੱਚ ਰੁਜ਼ਗਾਰ ਦੀ ਕਮੀ ਹੁੰਦੀ ਆ। ਮਤਲਬ ਅੰਡਰ ਡਿਵੈਲਪ ਕੰਟਰੀਜ਼ ਵਿੱਚ ਇੰਡਸਟਰੀ ਨਹੀਂ ਹੁੰਦੀ, ਹੋਰ ਟਰਸ਼ਰੀ ਸੈਕਟਰ ਨਹੀਂ ਹੁੰਦਾ, ਮਤਲਬ ਤੁਹਾਡੇ ਬੈਂਕਿੰਗ ਸੈਕਟਰ, ਤੁਹਾਡਾ ਟਰਾਂਸਪੋਰਟੇਸ਼ਨ, ਇਸ ਤਰ੍ਹਾਂ ਦੇ ਸੈਕਟਰ ਵੀ ਉਸ ਵੇਲੇ ਡਿਵੈਲਪ ਨਹੀਂ ਹੋਏ ਹੁੰਦੇ। ਇਸ ਕਰਕੇ ਸ਼ੁਰੂ ਦੇ ਵਿੱਚ ਕਿਉਂਕਿ ਐਗਰੀਕਲਚਰ ਹੀ ਮੇਨ ਆਕੂਪੇਸ਼ਨ ਹੁੰਦਾ ਹੈ, ਅਤੇ ਉੱਥੇ ਮੰਨ ਲਓ ਜਿਸ ਤਰ੍ਹਾਂ ਇੱਕ ਐਗਜ਼ਾਮਪਲ ਲਈ ਜਾ ਸਕਦੀ ਹੈ ਕਿ ਇੱਕ 5 ਏਕੜ ਦਾ ਖੇਤ ਹੈਗਾ ਆ, ਔਰ ਉਹਦੇ ਵਿੱਚ ਅਸੀਂ 4 ਲੋਕ ਉੱਤੇ ਕੰਮ ਕਰਦੇ ਆ ਅਤੇ ਚੰਗੇ ਢੰਗ ਨਾਲ ਕੰਮ ਕਰਨਗੇ, ਵਧੀਆ ਆਊਟਪੁੱਟ ਹੋਏਗੀ। ਪਰ ਜੇ ਫੈਮਿਲੀ ਦੇ 10 ਫੈਮਿਲੀ ਮੈਂਬਰਸ ਆ ਅਤੇ 10 ਦੇ 10 ਅਸੀਂ ਉੱਤੇ ਕੰਮ 'ਤੇ ਲੱਗ ਜਾਂਦੇ ਹਾਂ, ਪਰ 4 ਲੋਕ ਉਹਨੂੰ ਕੰਮ ਨੂੰ ਠੀਕ ਕਰ ਸਕਦੇ ਸੀ ਨਾ, ਪਰ ਅਸੀਂ ਇੱਥੇ 10 ਦੇ 10 ਲੋਕ ਲੱਗੇ ਹਾਂ। ਇਟ ਮੀਨਸ 6 ਲੋਕ ਜੇ ਹਟਾ ਵੀ ਦੇਵਾਂਗੇ ਆਪਾਂ ਤਾਂ ਵੀ ਸਾਡੀ ਆਊਟਪੁੱਟ ਦੇ ਉੱਤੇ ਕੋਈ ਵੀ ਅਸਰ ਨਹੀਂ ਪਏਗਾ। ਇਹਦਾ ਮਤਲਬ ਉਹ 6 ਲੋਕ ਛੁਪੇ ਬੇਰੁਜ਼ਗਾਰ ਹੋਣਗੇ। ਇੱਕ ਡਾਇਗਰਾਮ ਦੇ ਥਰੂ ਸਮਝਦੇ ਹਾਂ। ਦੇਖੋ OX ਦੇ ਉੱਤੇ ਇੰਪਲਾਈਮੈਂਟ ਹੈ, OY ਦੇ ਉੱਤੇ ਟੋਟਲ ਪ੍ਰੋਡਕਸ਼ਨ ਹੈ। ਟੋਟਲ TP ਇਜ਼ ਅ ਟੋਟਲ ਪ੍ਰੋਡਕਸ਼ਨ ਕਰਵ, ਇਹ ਤੁਹਾਡੀ ਟੋਟਲ ਪ੍ਰੋਡਕਸ਼ਨ ਕਰਵ ਆ, TP ਹੈ ਨਾ, ਟੋਟਲ ਪ੍ਰੋਡਕਟਿਵਿਟੀ ਕਰਵ ਆ ਤੁਹਾਡੀ। ON ਵਰਕਰਸ ਤੁਹਾਡੇ ਜਿਹੜੇ ਕੰਮ 'ਤੇ ਲੱਗੇ ਹੋਏ ਆ, ਸ਼ੁਰੂ 'ਚ ਤੁਹਾਡੇ ਵਰਕਰ ਕਿੰਨੇ ਕੰਮ 'ਤੇ ਲੱਗੇ ਹੋਏ ਆ, ON, ਅਤੇ ਪ੍ਰੋਡਕਸ਼ਨ ਤੁਹਾਡੀ ਕਿੰਨੀ ਹੁੰਦੀ ਪਈ ਆ, O2E।
ਤੇ ਜੇ ਹੁਣ ਤੁਸੀਂ ਆਪਣੇ ਲੇਬਰਰਸ ਨੂੰ ਇੱਥੋਂ ਲੈ ਕੇ ਇੱਥੇ ਤੱਕ ਵਧਾ ਦਿਓ, ਮੀਨਸ N1 ਤੋਂ ਲੈ ਕੇ N2 ਤੱਕ ਜੇ ਤੁਸੀਂ ਲੇਬਰਰਸ ਵਧਾ ਦਿੰਦੇ ਹੋ ਤਾਂ ਵੀ ਤੁਹਾਡੀ ਜਿਹੜੀ ਪ੍ਰੋਡਕਸ਼ਨ ਉਹ ਕਿੰਨੀ ਰਹੇਗੀ, OA। ਇਹਦਾ ਮਤਲਬ ਆ ਜਿਹੜੇ N1 ਤੋਂ ਲੈ ਕੇ N2 ਤੱਕ ਲੇਬਰਰਸ ਆ, ਇਹ ਕੀ ਹੈਗੇ ਆ, ਡਿਸਗਾਈਜ਼ਡ ਅਨਇੰਪਲਾਇਡ, ਡਿਸਗਾਈਜ਼ਡ ਛੁਪੇ ਬੇਰੁਜ਼ਗਾਰ ਹੈਗੇ ਆ। ਜੇਕਰ ਅਸੀਂ ਇਹਨਾਂ ਨੂੰ ਕੰਮ ਤੋਂ ਹਟਾ ਵੀ ਦੇਵਾਂਗੇ ਤਾਂ ਵੀ ਸਾਡੀ ਪ੍ਰੋਡਕਟੀਵਿਟੀ ਦੇ ਉੱਤੇ, ਸਾਡੀ ਪ੍ਰੋਡਕਸ਼ਨ ਦੇ ਉੱਪਰ ਕੋਈ ਵੀ ਅਸਰ ਨਹੀਂ ਪਏਗਾ। ਜਿਹੜੀ ਸਾਡੀ ਟੋਟਲ ਪ੍ਰੋਡਕਟੀਵਿਟੀ ਕਰਵ ਆ ਉਹ ਸੇਮ ਉਹੀ TP ਰਹਿੰਦੀ ਪਈ ਆ। ਔਰ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿਉਂ ਆ, ਕਿਉਂਕਿ ਪੋਪੂਲੇਸ਼ਨ ਬਹੁਤ ਜ਼ਿਆਦਾ ਹੁੰਦੀ ਆ ਔਰ ਕੈਪੀਟਲ ਘੱਟ ਹੁੰਦੀ ਆ, ਉਤਪਾਦਨ ਦੇ ਹੋਰ ਸਾਧਨ ਘੱਟ ਹੁੰਦੇ ਆ। ਇਸ ਕਰਕੇ ਫੈਮਿਲੀ ਮੈਂਬਰਸ ਪੂਰੇ ਦੇ ਪੂਰੇ ਖੇਤਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ। ਅਤੇ ਪਰ ਉਹਦੇ ਵਿੱਚੋਂ ਕੁਛ ਇੱਕ ਲੋਕ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਦੀ ਮਾਰਜਨਲ ਫਿਜ਼ੀਕਲ ਪ੍ਰੋਡਕਟੀਵਿਟੀ ਹੈ ਜਿਹੜੀ ਉਹ ਕੀ ਹੁੰਦੀ ਹੈ, 0। ਅਤੇ ਜੇ ਉਹਨਾਂ ਲੋਕਾਂ ਨੂੰ ਅਸੀਂ ਕੰਮ ਤੋਂ ਹਟਾ ਵੀ ਦਈਏ ਤਾਂ ਇਹਦੇ ਕਰਕੇ ਸਾਡੇ ਪ੍ਰੋਡਕਸ਼ਨ ਦੇ ਉੱਤੇ ਕੋਈ ਵੀ ਅਸਰ ਨਹੀਂ ਪੈਂਦਾ, ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ, ਕੋਈ ਵੀ ਬੈਡ ਇੰਪੈਕਟ ਨਹੀਂ ਪੈਂਦਾ, ਉਹ ਉਨੇ ਦਾ ਉਨਾ ਹੀ ਰਹਿੰਦਾ ਹੈ। ਫੀਚਰਸ ਜਿਹੜੇ ਹੈ ਉਹ ਅਸੀਂ ਹੁਣ ਡਿਸਕਾਈਜ਼ ਅਨਪਲਾਈਮੈਂਟ ਦੇ ਕਰਨੇ ਆ। ਛੁਪੀ ਬੇਰੁਜ਼ਗਾਰੀ ਦੀਆਂ ਵਿਸ਼ੇਸ਼ਤਾਵਾਂ। ਛੁਪੀ ਬੇਰੁਜ਼ਗਾਰੀ ਵਿੱਚ ਲੋਕਾਂ ਦੀ ਜਿਹੜੀ ਮਾਰਜਨਲ ਫਿਜ਼ੀਕਲ ਪ੍ਰੋਡਕਟੀਵਿਟੀ ਹੈ ਉਹ 0 ਰਹਿੰਦੀ ਆ। AK ਸੇਨ ਇਸ ਗੱਲ ਨਾਲ ਸਹਿਮਤ ਨਹੀਂ ਸੀਗੇ, ਕਿਉਂਕਿ ਉਹ ਕਹਿੰਦੇ ਸੀਗੇ ਕਿ ਜੇ 20 ਲੋਕ ਕੰਮ 'ਤੇ ਲੱਗੇ ਆ ਉਹਦੇ ਵਿੱਚੋਂ ਤੁਸੀਂ ਕਹਿੰਦੇ ਹੋ 14 ਲੋਕ ਸਹੀ ਕੰਮ ਕਰ ਸਕਦੇ ਆ, ਪਰ ਕਿਹੜੇ ਲੋਕ 6 ਆ ਜਿਹੜੇ ਬੇਰੁਜ਼ਗਾਰ ਆ, ਕਿਉਂਕਿ 6 ਲੋਕ ਇਸ ਤਰ੍ਹਾਂ ਦਾ ਨਹੀਂ ਹੋਏਗਾ ਕਿ ਕੋਈ ਕੁਛ ਵੀ ਨਹੀਂ ਕਰਦਾ ਪਿਆ। ਮਤਲਬ ਇੱਦਾਂ ਤਾਂ 6 ਲੋਕ ਨਹੀਂ ਹੋਣਗੇ ਕੋਈ ਵੀ 20 ਦੇ ਵਿੱਚ ਜਿਹੜੇ ਕੁਛ ਵੀ ਨਹੀਂ ਕਰਦੇ ਪਏ। ਹਾਂ, ਉਹ ਥੋੜ੍ਹਾ ਘੱਟ ਹੋ ਸਕਦਾ ਕਿਸੇ ਦਾ ਕੰਮ, ਪਰ ਇਹ ਪਤਾ ਲਗਾਉਣਾ ਬਹੁਤ ਔਖਾ ਆ। ਇਸ ਲਈ ਪ੍ਰੋਫੈਸਰ AK ਸੇਨ ਨੇ ਤਾਂ ਕਿਹਾ ਸੀਗਾ ਕਿ ਪ੍ਰੋਡਕਟੀਵਿਟੀ 0 ਨਹੀਂ ਹੁੰਦੀ। ਅਦਰਵਾਈਜ਼ ਇਹ ਮੰਨ ਕੇ ਚੱਲਿਆ ਜਾਂਦਾ ਉੱਦਾਂ ਸ਼ੁਰੂ ਦੇ ਵਿੱਚ ਕਿ ਛੁਪੀ ਬੇਰੁਜ਼ਗਾਰੀ ਦੇ ਵਿੱਚ ਜਿਹੜੀ ਸਮਾਂਤ ਉਤਪਾਦਕਤਾ ਆ, ਜਿਹੜੀ ਮਾਰਜਨਲ ਫਿਜ਼ੀਕਲ ਪ੍ਰੋਡਕਟੀਵਿਟੀ ਆ ਉਹ 0 ਹੋਏਗੀ। ਔਰ ਇਸ ਬੇਰੁਜ਼ਗਾਰੀ ਦੇ ਸੰਬੰਧ ਵਿੱਚ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕਿਹੜਾ ਵਿਅਕਤੀ ਬੇਰੁਜ਼ਗਾਰ ਆ। ਔਰ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਛੁਪੀ ਬੇਰੁਜ਼ਗਾਰੀ ਹੈ ਜਿਹੜੀ ਉਹ ਪਾਪੂਲੇਸ਼ਨ ਦੀ ਜ਼ਿਆਦਾ ਹੋਣ ਦੇ ਕਰਕੇ ਅਤੇ ਕੈਪੀਟਲ ਦੀ ਕਮੀ ਦੇ ਹੋਣ ਦੇ ਕਰਕੇ ਹੁੰਦੀ ਆ। ਔਰ ਜਿਹੜੇ ਛੁਪੇ ਬੇਰੁਜ਼ਗਾਰ ਹੁੰਦੇ ਆ ਇਹ ਆਮ ਕਰਕੇ ਵਧੇਰੇ ਕਰਕੇ ਖੇਤੀ ਦੇ ਨਾਲ ਸੰਬੰਧਿਤ ਲੋਕ ਹੁੰਦੇ ਆ ਅਤੇ ਆਪਣੀ ਖੇਤਾਂ ਦੇ ਵਿੱਚ ਕੰਮ ਕਰਦੇ ਆ। ਔਰ ਜਿਹੜੀ ਅੰਡਰ ਡਿਸਗਾਈਜ਼ਡ ਅਨਪਲਾਈਮੈਂਟ ਆ, ਛੁਪੀ ਬੇਰੁਜ਼ਗਾਰੀ ਆ, ਇਹ ਖੇਤੀ ਦੇ ਵਿੱਚ ਹੀ ਮਿਲਦੀ ਆ ਆਪਾਂ ਨੂੰ। ਔਰ ਕੁਝ ਦੇਸ਼ਾਂ ਦੇ ਵਿੱਚ ਛੁਪੀ ਬੇਰੁਜ਼ਗਾਰੀ ਕੁਛ ਖਾਸ ਮੌਸਮ 'ਚ ਹੀ ਹੁੰਦੀ ਆ, ਜਦੋਂ ਫਸਲ ਤਿਆਰ ਹੋ ਜਾਂਦੀ ਆ ਤਾਂ ਫਿਰ ਉਹ ਸਾਰੇ ਕੰਮ 'ਤੇ ਲੱਗ ਜਾਂਦੇ ਆ। ਫਿਰ ਛੁਪੀ ਬੇਰੁਜ਼ਗਾਰ ਆਪਾਂ ਨੂੰ ਨਹੀਂ ਮਿਲਣਗੇ, ਕਿਉਂਕਿ ਫਿਰ ਉਹ 'ਤੇ ਸੱਚੀ ਕੰਮ ਹੋਏਗਾ ਅਤੇ ਜਿਹੜਾ ਕਰਨਾ ਹੋਏਗਾ ਅਤੇ ਜਿਹੜਾ ਉਹ ਕਰਨਗੇ। ਛੁਪੀ ਬੇਰੁਜ਼ਗਾਰੀ ਦਾ ਕਾਰਨ ਕੀ ਆ? ਕਾਹਤੇ ਆ ਕਿ ਮੋਰ ਦੈਨ ਰਿਕੁਆਇਰਡ, ਮਤਲਬ ਜ਼ਰੂਰਤ ਤੋਂ ਜ਼ਿਆਦਾ ਲੋਕ ਕੰਮ 'ਤੇ ਲੱਗੇ ਹੁੰਦੇ ਆ। ਸਭ ਤੋਂ ਪਹਿਲਾਂ ਤਾਂ ਇਹ ਆ ਕਿ ਭੂਮੀ ਅਤੇ ਜਨਸੰਖਿਆ ਦਾ ਵਾਧਾ ਦਵਾ। ਜੇ ਫੈਮਿਲੀ ਮੈਂਬਰਸ ਦੇ ਸੰਖਿਆ ਦੇ ਵਿੱਚ ਵਾਧਾ ਹੋ ਜਾਏ, ਜੇ ਫੈਮਿਲੀ ਮੈਂਬਰਸ ਦੇ ਨੰਬਰ ਦੇ ਵਿੱਚ ਵਾਧਾ ਹੋ ਜਾਏ ਤਾਂ ਬਿਨਾਂ ਸ਼ੱਕ ਉਹ ਖੇਤੀ ਦੇ ਵਿੱਚ ਹੀ ਆਉਣਗੇ। ਸ਼ੁਰੂ ਦੇ ਵਿੱਚ ਜੇ ਇੰਡਸਟਰੀ 'ਚ ਨਹੀਂ ਜਾਂਦੇ ਤਾਂ ਉਹ ਖੇਤੀ 'ਚ ਆਉਣਗੇ। ਇਸੇ ਕਰਕੇ ਖੇਤੀ ਦੇ ਵਿੱਚ ਮਾਡਰਨ ਟੈਕਨੀਕ ਹਜੇ ਆਈ ਨਹੀਂ ਆ, ਕਿਉਂਕਿ ਅੰਡਰ ਡਿਵੈਲਪ ਕੰਟਰੀ ਆ ਅਤੇ ਜਿਹਦੇ ਕਰਕੇ ਖੇਤੀ 'ਤੇ ਉਹਨਾਂ ਦੀ ਡਿਪੈਂਡੈਂਸ ਆ ਅਤੇ ਉਹ ਛੁਪੇ ਬੇਰੁਜ਼ਗਾਰ ਬਣ ਜਾਂਦੇ ਆ। ਉਸ ਤੋਂ ਬਾਅਦ ਉਹ ਐਗਰੀਕਲਚਰ ਦੇ ਵਿੱਚ ਹੀ ਆ, ਕਿਉਂਕਿ ਉਹਨਾਂ ਦੇ ਇੰਡਸਟਰੀਲਾਈਜੇਸ਼ਨ ਦੀ ਕਮੀ ਆ। ਇੰਡਸਟਰੀਲਾਈਜੇਸ਼ਨ ਨਾ ਹੋਣ ਦੇ ਕਰਕੇ ਵੀ ਉਹ ਖੇਤਾਂ ਦੇ ਵਿੱਚ ਹੀ ਰਹਿੰਦੇ ਆ, ਕੰਮ ਕਰਦੇ ਆ, ਖੇਤੀ ਦਾ ਹੀ ਕੰਮ ਕਰਦੇ ਆ ਅਤੇ ਉਹ ਛੁਪੇ ਬੇਰੁਜ਼ਗਾਰ ਬਣ ਜਾਂਦੇ ਆ। ਫਿਰ ਜੁਆਇੰਟ ਫੈਮਿਲੀ ਸਿਸਟਮ ਹੁੰਦਾ, ਰੂੜੀਵਾਦਤਾ ਹੁੰਦੀ ਆ, ਉਹ ਆਪਣੀ ਫੈਮਿਲੀ ਨੂੰ ਛੱਡ ਕੇ ਦੂਸਰੀ ਥਾਂ ਜਾਣਾ ਹੀ ਨਹੀਂ ਚਾਹੁੰਦੇ ਹੁੰਦੇ। ਉਸ ਤੋਂ ਬਾਅਦ ਕੈਪੀਟਲ ਫਾਰਮੇਸ਼ਨ ਦੀ ਘੱਟ ਹੋਏਗੀ, ਜਿਹਦੇ ਕਰਕੇ ਕੈਪੀਟਲ ਫਾਰਮੇਸ਼ਨ ਦੇ ਕਰਕੇ ਇੰਪਲਾਈਮੈਂਟ ਅਪਰਚੁਨਿਟੀਜ਼ ਜਨਰੇਟ ਨਹੀਂ ਹੋਣਗੀਆਂ, ਜਿਹਦੇ ਕਰਕੇ ਛੁਪੇ ਬੇਰੁਜ਼ਗਾਰ ਆ ਜਿਹੜੇ ਉਹ ਪਾਏ ਜਾਂਦੇ ਆ। ਅੱਗੇ ਹੈਗਾ ਜੀ ਕ੍ਰਿਟਿਸਿਜ਼ਮ ਜਾਂ ਲਿਮਿਟੇਸ਼ਨਸ ਇਸ ਥਿਊਰੀ ਦੀਆਂ ਕੀ ਆ। ਇਸ ਥਿਊਰੀ ਨੂੰ ਪ੍ਰੋਫੈਸਰ ਨਕਸੇ ਨੇ ਬੜਾ ਵਧੀਆ ਤਰ੍ਹਾਂ ਐਕਸਪਲੇਨ ਕੀਤਾ। ਪਰ ਸਭ ਤੋਂ ਪਹਿਲਾਂ ਉਹਨੇ ਇੱਕ ਸ਼ੇਕ ਕਹੇ ਆ ਕਿ ਕਈ ਅਰਥਸ਼ਾਸਤਰੀ ਕਹਿੰਦੇ ਆ ਕਿ ਅਦ੍ਰਿਸ਼ ਬੇਰੁਜ਼ਗਾਰੀ ਵਿੱਚ ਹੋਣ ਵਾਲੀ ਬਚਤ ਦੀ ਸੰਭਾਵਨਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਭੋਜਨ ਦੇ ਨਿਰਵਾਹ ਕੋਸ਼ ਵਿੱਚ ਕੋਈ ਛੇਕ ਨਹੀਂ ਹੋਣਾ ਚਾਹੀਦਾ, ਪਰੰਤੂ ਅਸਲ 'ਚ ਇਹ ਸੰਭਵ ਨਹੀਂ ਹੈ। ਮੀਨਸ ਜਿਸ ਤਰ੍ਹਾਂ ਉਹਨੇ ਕਿਹਾ ਸੀਗਾ ਕਿ ਜਿਹੜੇ ਲੋਕ ਐਗਰੀਕਲਚਰ ਤੋਂ ਤੁਸੀਂ ਇੰਡਸਟਰੀ 'ਤੇ ਮੂਵ ਕਰੋਗੇ, ਉਹਨਾਂ ਆਪਣੀਆਂ ਫੂਡ ਗ੍ਰੇਨਸ ਦੀਆਂ ਲੋੜਾਂ ਲਈ ਬੇਸਿਕ ਨੀਡਸ ਦੇ ਲਈ ਐਗਰੀਕਲਚਰ 'ਤੇ ਡਿਪੈਂਡੈਂਟ ਰਹਿਣ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਕਿਰਤੀਆਂ ਦੀ ਪ੍ਰਕਿਰਤੀ ਵਿੱਚ ਅੰਤਰ। ਨਕਸੇ ਨੇ ਵੀ ਕਿਹਾ ਸੀਗਾ ਕਿ ਖੇਤੀ ਵਾਲੇ ਜਿਹੜੇ ਲੋਕ ਆ, ਜਿਹੜੇ ਤੁਸੀਂ ਵਾਧੂ ਕਹਿੰਦੇ ਹੋ, ਡਿਸਗਾਈਜ਼ਡ ਅਨਪਲਾਇਡ ਕਹਿੰਦੇ ਹੋ, ਉਹਨਾਂ ਨੂੰ ਤੁਸੀਂ ਇੰਡਸਟਰੀ ਦੇ ਵਿੱਚ ਸ਼ਿਫਟ ਕਰ ਦਿਓ। ਪਰ ਐਗਰੀਕਲਚਰ ਅਤੇ ਇੰਡਸਟਰੀ ਦੇ ਵਿੱਚ ਸੇਮ ਲੇਬਰਸ ਥੋੜ੍ਹੀ ਨਾ ਕੰਮ ਕਰਨਗੇ, ਕਿਉਂਕਿ ਐਗਰੀਕਲਚਰ ਦੇ ਵਿੱਚ ਤੁਸੀਂ ਕੰਮ ਕਰਦੇ ਹੋ, ਪਰ ਇੰਡਸਟਰੀ ਦੇ ਵਿੱਚ ਅਲੱਗ ਸਕਿੱਲਸ ਦੀ ਜ਼ਰੂਰਤ ਹੋਏਗੀ, ਅਤੇ ਜੇ ਉਹ ਸਕਿੱਲਸ ਉਸ ਲੇਬਰ ਦੇ ਕੋਲ ਨਹੀਂ ਆ ਤਾਂ ਫਿਰ ਉਹ ਕਿਸ ਤਰ੍ਹਾਂ ਇੰਡਸਟਰੀ 'ਚ ਕੰਮ ਕਰ ਸਕਦਾ ਹੈ। ਉਸ ਤੋਂ ਬਾਅਦ ਆਈਡੈਂਟੀਫਿਕੇਸ਼ਨ ਆਫ ਡਿਸਗਾਈਜ਼ਡ ਅਨਪਲਾਇਮੈਂਟ ਇਜ਼ ਡਿਫੀਕਲਟ। ਫਿਰ ਇਹ ਵੀ ਆ ਕਿ ਕਿਹੜਾ ਤੁਸੀਂ ਕਹਿੰਦੇ ਹੋ ਛੁਪਿਆ ਬੇਰੁਜ਼ਗਾਰ ਆ, ਉਹਨੂੰ ਕਿੱਦਾਂ ਆਈਡੈਂਟੀਫਾਈ ਕਰੋਗੇ, ਬਹੁਤ ਔਖਾ ਕੰਮ ਆ, ਇਹ ਵੀ ਇਹਦੀ ਲਿਮਿਟੇਸ਼ਨ ਆ। ਉਸ ਤੋਂ ਬਾਅਦ ਉਪਭੋਗ ਦੇ ਪੱਧਰ ਵਿੱਚ ਵਾਧਾ। ਨਕਸੇ ਨੇ ਅਨੁਸਾਰ ਤੁਸੀਂ ਮਜ਼ਦੂਰਾਂ ਨੂੰ ਬੱਚਤ ਦੀ ਸੰਭਾਵਨਾ ਦੇ ਰੂਪ ਦੇ ਵਿੱਚ ਵਰਤ ਲਿਆ ਕਿ ਉਹ ਬੱਚਤ ਆ
ਕਿ ਉਹ ਐਗਰੀਕਲਚਰ ਤੋਂ ਇੰਡਸਟਰੀ 'ਤੇ ਮੂਵ ਕਰ ਦਿਓ, ਉੱਥੇ ਆਪਣੀਆਂ ਫੂਡ ਗ੍ਰੇਨਸ ਦੀਆਂ ਲੋੜਾਂ ਲਈ ਉਹ ਐਗਰੀਕਲਚਰ 'ਤੇ ਡਿਪੈਂਡੈਂਟ ਰਹਿਣ ਅਤੇ ਉਹ ਇੰਡਸਟਰੀ ਦੇ ਵਿੱਚ ਜਾ ਕੇ ਕੰਮ ਕਰਨ। ਪਰ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਦਾ ਜਿਹੜਾ ਸਟੈਂਡਰਡ ਆਫ ਲਿਵਿੰਗ ਆ, ਜਿਹੜਾ ਉਹਨਾਂ ਦਾ ਜੀਵਨ ਪੱਧਰ ਆ, ਉਹ ਪਹਿਲਾਂ ਵਰਗਾ ਨਹੀਂ ਰਹੇਗਾ। ਜਦੋਂ ਉਹ ਜਾਣਗੇ ਤਾਂ ਉਹਨਾਂ ਦੀ ਆਮਦਨ 'ਚ ਵਾਧਾ ਹੋਏਗਾ। ਜਦੋਂ ਇੰਡਸਟਰੀ 'ਚ ਮੂਵ ਕਰਨਗੇ ਆਮਦਨ ਵਧੇਗੀ, ਡੈਮੋਸਟ੍ਰੇਸ਼ਨ ਇਫੈਕਟ ਵਧੇਗਾ। ਉਸ ਤੋਂ ਬਾਅਦ ਜਿਹੜਾ ਅਰਬਨਾਈਜੇਸ਼ਨ ਦਾ ਇਫੈਕਟ ਆ, ਸ਼ਹਿਰੀਕਰਨ ਦਾ ਇਫੈਕਟ ਆ, ਉਹ ਵੀ ਆਏਗਾ। ਉਹ ਉਹਨਾਂ ਦੀ ਜਿਹੜੀ ਭੋਗ ਪ੍ਰਵਿਰਤੀ ਆ ਉਹ ਵੀ ਜ਼ਿਆਦਾ ਹੋਏਗੀ। ਡਿਫੀਕਲਟੀਜ਼ ਇਨ ਮੋਬਿਲਿਟੀ ਆਫ ਦੀ ਲੇਬਰ। ਫਿਰ ਇਹ ਵੀ ਪ੍ਰੋਫੈਸਰ ਨਰਕਿਸੇ ਨੇ ਕਿਹਾ ਕਿ ਜਿਹੜੇ ਲੇਬਰਰਸ ਆ ਉਹ ਇੰਨੀ ਜਲਦੀ ਮੂਵ ਨਹੀਂ ਕਰਦੇ। ਬਹੁਤੇ ਲੋਕ ਰੂੜੀਵਾਦੀ ਹੁੰਦੇ ਆ, ਉਹ ਆਪਣੇ ਏਰੀਏ ਨੂੰ, ਆਪਣੀ ਥਾਂ ਨੂੰ, ਆਪਣੇ ਘਰ ਨੂੰ, ਆਪਣੇ ਪਿੰਡ ਨੂੰ ਛੱਡ ਕੇ ਜਾਣਾ ਪਸੰਦ ਨਹੀਂ ਕਰਦੇ। ਉਸ ਤੋਂ ਬਾਅਦ ਜਨਸੰਖਿਆ ਦੇ ਵਿੱਚ ਵਾਧਾ। ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਜਨਸੰਖਿਆ ਨਰਕਸੇ ਦੇ ਸਿਧਾਂਤ ਨੂੰ ਠੀਕ ਢੰਗ ਨਾਲ ਲਾਗੂ ਨਹੀਂ ਹੋਣ ਦੇਵੇਗੀ, ਕਿਉਂਕਿ ਜਨਸੰਖਿਆ ਦੇ ਵਿੱਚ ਜਦੋਂ ਵਾਧਾ ਹੋ ਜਾਏਗਾ ਤਾਂ ਪੂੰਜੀ ਦੀ ਨਿਰਮਾਣ ਦੀ ਦਰ ਤੋਂ ਵਧੇਰੇ ਹੋਵੇਗਾ। ਇਹਦੇ ਕਰਕੇ ਛੁਪੀ ਬੇਰੁਜ਼ਗਾਰੀ ਬਹੁਤ ਤੇਜ਼ੀ ਨਾਲ ਵਧੇਗੀ ਅਤੇ ਜਿਹੜੀ ਬੱਚਤ ਦੀ ਸੰਭਾਵਨਾ ਹੈ ਉਹਨੂੰ ਖ਼ਤਮ ਕਰ ਦੇਗੀ। ਉਸ ਤੋਂ ਬਾਅਦ ਲੈਕ ਆਫ ਕੰਪਲੀਮੈਂਟਰੀ ਸੇਵਿੰਗ। ਨਕਸ਼ੇ ਦਾ ਸਿਧਾਂਤ ਇਸ ਸਮਾਨਤਾ 'ਤੇ ਨਿਰਭਰ ਕਰਦਾ ਹੈ ਕਿ ਛੁਪੀ ਬੇਰੁਜ਼ਗਾਰੀ ਤੋਂ ਬੱਚਤ ਦੀ ਸੰਭਾਵਨਾ ਦੂਜੇ ਦੇਸ਼ਾਂ ਤੋਂ ਮਿਲਣ ਵਾਲੀ ਪੂਰਕ ਬੱਚਤ 'ਤੇ ਨਿਰਭਰ ਕਰਦੀ ਹੈ। ਪਰੰਤੂ ਅਲਪ ਵਿਕਸਿਤ ਦੇਸ਼ਾਂ ਦੇ ਵਿੱਚ ਵਿਕਸਿਤ ਖੇਤਰਾਂ ਦੇ ਵਿੱਚ ਆਮਦਨ ਘੱਟ ਹੋਣ ਦੇ ਕਰਕੇ ਅੰਤਰਕ ਬੱਚਤ ਦੀ ਜਿਹੜੀ ਸੰਭਾਵਨਾ ਆ ਉਹ ਘੱਟ ਹੁੰਦੀ ਆ ਔਰ ਵਿਦੇਸ਼ਾਂ ਤੋਂ ਵੀ ਘੱਟ ਸਹਾਇਤਾ ਪ੍ਰਾਪਤ ਹੁੰਦੀ ਆ। ਇਸ ਲਈ ਪੂਰਕ ਬੱਚਤ ਦੀ ਕਮੀ ਦੇ ਕਾਰਨ ਵੀ ਨਕਸ਼ੇ ਦਾ ਸਿਧਾਂਤ ਲਾਗੂ ਨਹੀਂ ਹੁੰਦਾ। ਉਸ ਤੋਂ ਬਾਅਦ ਕੀਮਤਾਂ ਦੇ ਵਿੱਚ ਵਾਧਾ ਹੋ ਜਾਏਗਾ। ਜੇਕਰ ਪੂੰਜੀਗਤ ਯੋਜਨਾ ਵਿੱਚ ਕਿਰਤੀਆਂ ਨੂੰ ਕੰਮ 'ਤੇ ਲਗਾਉਣ 'ਤੇ ਉਹਨਾਂ ਦੀ ਮਜ਼ਦੂਰੀ ਤਾਂ ਕੰਮ ਸ਼ੁਰੂ ਹੋਣ 'ਤੇ ਹੀ ਦੇਣੀ ਪੈਣੀ ਆ। ਇਸ ਲਈ ਜਦੋਂ ਉਹਨਾਂ ਨੂੰ ਮਜ਼ਦੂਰੀ ਦਿਓਗੇ ਤਾਂ ਉਹਨਾਂ ਦਾ ਇਨਕਮ ਵਧੂਗੀ ਤਾਂ ਉਹ ਡਿਮਾਂਡ ਵਧਾਉਣਗੇ ਤਾਂ ਪ੍ਰਾਈਸ ਵਧਾਉਣਗੇ, ਕਿਉਂਕਿ ਜਦੋਂ ਉਹਨਾਂ ਨੂੰ ਇਨਕਮ ਸ਼ੁਰੂ ਹੋ ਗਈ ਆ ਪੈਸਾ ਤਾਂ ਉਹਨਾਂ ਨੂੰ ਉਦੋਂ ਹੀ ਦੋਗੇ ਨਾ ਜਦੋਂ ਕੰਮ 'ਤੇ ਲੱਗੇ, ਅਤੇ ਆਊਟਪੁੱਟ ਕੁਛ ਟਾਈਮ ਤੋਂ ਬਾਅਦ ਹੋਏਗੀ ਅਤੇ ਆਊਟਪੁੱਟ ਆਉਣ ਤੋਂ ਪਹਿਲਾਂ ਹੀ ਪ੍ਰੋਡਕਟ ਦਾ ਪ੍ਰਾਈਸ ਜਿਹੜਾ ਵਧੇਗਾ ਅਤੇ ਜਿਹਦੇ ਨਾਲ ਇਕੋਨਮੀ ਦੇ ਵਿੱਚ ਪਹਿਲਾਂ ਹੀ ਇਨਫਲੇਸ਼ਨ ਲਾਈਕ ਸਿਚੁਏਸ਼ਨ ਆ ਜਿਹੜੀ ਉਹ ਆ ਜਾਏਗੀ। ਉਸ ਤੋਂ ਬਾਅਦ ਟੈਕਨੋਲੋਜੀਕਲ ਨਿਊਟਰੈਲਿਟੀ। ਫਿਰ ਇਹ ਵੀ ਆ ਕਿ ਅੰਡਰ ਡਿਵੈਲਪ ਕੰਟਰੀਜ਼ ਜਿਹੜੇ ਹੁੰਦੇ ਆ ਉੱਥੇ ਜਿਹੜੀ ਬੱਚਤ ਆ ਉਹ ਤਾਂ ਹੋਏਗੀ ਜੇਕਰ ਟੈਕਨੋਲੋਜੀ ਦਾ ਵਿਕਾਸ ਹੋਇਆ। ਜੇ ਟੈਕਨੋਲੋਜੀ ਦਾ ਵਿਕਾਸ ਹੋਇਆ ਹੀ ਨਹੀਂ ਆ ਤਾਂ ਬੱਚਤ ਨਹੀਂ ਹੋਏਗੀ, ਸੇਵਿੰਗ ਨਹੀਂ ਹੋਏਗੀ, ਤਾਂ ਇਨਵੈਸਟਮੈਂਟ ਨਹੀਂ ਹੋਏਗੀ, ਕੈਪੀਟਲ ਫਾਰਮੇਸ਼ਨ ਨਹੀਂ ਹੋਏਗੀ, ਤਾਂ ਲੇਬਰਰਸ ਦੀ ਡਿਮਾਂਡ ਹੋਏਗੀ ਹੀ ਨਹੀਂ। ਲੈਸ ਪ੍ਰੋਡਕਟਿਵਿਟੀ ਇਨ ਐਗਰੀਕਲਚਰ ਸੈਕਟਰ ਦੇ ਵਿੱਚ ਪ੍ਰੋਡਕਟਿਵਿਟੀ ਘੱਟ ਰਹਿੰਦੀ ਆ। ਘਟੀਆ ਤਕਨੀਕ ਜਿਹੜੀ ਆ ਉਹ ਵਰਤੀ ਜਾਂਦੀ ਆ, ਲੇਬਰ ਇੰਟੈਂਸਿਵ ਟੈਕਨੀਕ ਵਰਤੀ ਜਾਂਦੀ ਆ। ਜਦੋਂ ਕਿਰਤੀਆਂ ਨੂੰ ਕੰਮ 'ਤੇ ਤੋਂ ਹਟਾ ਲਿਆ ਜਾਵੇਗਾ ਤਾਂ ਖੇਤੀ ਦਾ ਕਿਉਂਕਿ ਫਿਰ ਦੇਖੋ ਇੱਕ ਤਾਂ ਉੱਥੇ ਪ੍ਰੋਡਕਸ਼ਨ ਘੱਟ ਆ ਕਿਉਂਕਿ ਟੈਕਨੀਕ ਘੱਟ ਆ, ਲੇਬਰ ਇੰਟੈਂਸਿਵ ਟੈਕਨੀਕ ਆ, ਅਤੇ ਲੇਬਰ ਇੰਟੈਂਸਿਵ ਟੈਕਨੀਕ ਹੋਣ ਦੇ ਕਰਕੇ ਜੇ ਤੁਸੀਂ ਉੱਥੋਂ ਲਿਬਰਲੀ ਹਟਾ ਲਓਗੇ ਤਾਂ ਐਗਰੀਕਲਚਰ ਸੈਕਟਰ ਦੇ ਵਿੱਚ ਵੀ ਪ੍ਰੋਡਕਟਿਵਿਟੀ ਆਊਟਪੁੱਟ ਘੱਟ ਜਾਏਗੀ। ਆਪਾਂ ਕਹਿ ਤਾਂ ਦਿੱਤਾ ਉਹਨਾਂ ਨੂੰ ਕਿ ਛੁਪੇ ਬੇਰੁਜ਼ਗਾਰ ਆ, 20 ਦੇ ਵਿੱਚੋਂ 14 ਲੋਕ ਕੰਮ ਕਰਦੇ ਪਏ ਆ, 6 ਲੋਕ ਬੇਰੁਜ਼ਗਾਰ ਆ, ਛੁਪੇ ਬੇਰੁਜ਼ਗਾਰ ਮੰਨ ਲਿਆ ਆਪਾਂ, ਮੰਨ ਲਓ। ਪਰ ਕਿਉਂਕਿ ਮਾਡਰਨ ਟੈਕਨੀਕ ਤਾਂ ਹੈ ਨਹੀਂ, ਮਾਡਰਨ ਟੈਕਨੀਕ ਆਫ ਪ੍ਰੋਡਕਸ਼ਨ ਤਾਂ ਨਹੀਂ ਆ, ਪੁਰਾਣੀਆਂ ਟੈਕਨੀਕਸ ਆ, ਪੁਰਾਣੀ ਪ੍ਰੋਡਕਸ਼ਨ ਦੀ ਟੈਕਨੀਕ ਆ, ਪੁਰਾਣੇ ਮੈਥਡਸ ਤੁਸੀਂ ਯੂਜ਼ ਕਰਦੇ ਪਏ ਹੋ ਜਿਹੜੇ ਲੇਬਰ ਇੰਟੈਂਸਿਵ ਆ। ਮੀਨਜ਼ ਉਹਦੇ ਵਿੱਚ ਲੇਬਰ ਸਾਨੂੰ ਚਾਹੀਦੀ ਆ, ਲੇਬਰਰ ਹੁਣ ਸਾਡੇ ਕੋਲ ਹੈ ਨਹੀਂ ਕਿਉਂਕਿ ਲੇਬਰਰ ਆਪਾਂ ਜਿਹੜੇ ਸੀ ਉਹ ਇੰਡਸਟਰੀ 'ਚ ਭੇਜਦੇ ਅਤੇ ਉਹਦੇ ਨਾਲ ਈਵਨ ਇੰਡਸਟਰੀ 'ਚ ਤਾਂ ਆਊਟਪੁੱਟ ਵਧੇ ਜਾਂ ਨਾ ਵਧੇ ਉਹ ਵੱਧ ਦੀ ਗੱਲ ਆ। ਕ੍ਰਿਟਿਕਸ ਤਾਂ ਇਹ ਮੰਨਣਾ ਹੈ ਕਿ ਐਗਰੀਕਲਚਰ ਦੇ ਵਿੱਚ ਵੀ ਜਿਹੜੀ ਆਊਟਪੁੱਟ ਆ ਉਹ ਘੱਟ ਜਾਏਗੀ ਔਰ ਉਹਦਾ ਜਿਹੜਾ ਨੈਗੇਟਿਵ ਇੰਪੈਕਟ ਆ ਉਹ ਪੈ ਜਾਏਗਾ। ਉਸ ਤੋਂ ਨਾਟ ਐਪਲੀਕੇਬਲ ਟੂ ਡੈਮੋਕ੍ਰੇਟਿਕ ਕੰਟਰੀਜ਼। ਫਿਰ ਬਹੁਤੇ ਕ੍ਰਿਟਿਕਸ ਇਹ ਮੰਨਣਾ ਕਿ ਇਹ ਸਿਧਾਂਤ ਆ ਜਿਹੜਾ ਡੈਮੋਕ੍ਰੇਟਿਕ ਕੰਟਰੀਜ਼ 'ਤੇ ਲਾਗੂ ਨਹੀਂ ਹੁੰਦਾ, ਕਿਉਂਕਿ ਇਸ ਸਿਧਾਂਤ ਨੂੰ ਲਾਗੂ ਕਰਨ ਲਈ ਕੇਵਲ ਜ਼ਬਰਦਸਤੀ ਵੀ ਕਰਨੀ ਪੈਂਦੀ ਆ, ਪਰ ਡੈਮੋਕ੍ਰੇਟਿਕ ਕੰਟਰੀਜ਼ ਦੇ ਵਿੱਚ ਇਹ ਇਸ ਤਰ੍ਹਾਂ ਪੋਸੀਬਲ ਨਹੀਂ ਹੈ। ਪਰ ਬੇਸ਼ੱਕ ਇਹਦੇ ਬਹੁਤ ਸਾਰੇ ਕ੍ਰਿਟਿਸਿਜ਼ਮ ਹੈਗੇ ਆ, ਪਰ ਫਿਰ ਵੀ ਡਾਕਟਰ KN ਰਾਜ ਨੇ ਵੀ ਇਸ ਸਿਧਾਂਤ ਨੂੰ ਵਧੀਆ ਸਿਧਾਂਤ ਮੰਨਿਆ ਸੀਗਾ। ਕੁਰੀਹਰਨ ਨੇ ਵੀ ਕਿਹਾ ਸੀਗਾ ਕਿ ਸੱਚਮੁੱਚ ਹੈ ਜਿਹੜੀ ਛੁਪੀ ਬੇਰੁਜ਼ਗਾਰੀ ਹੈ ਜਿਹੜੀ ਉਹ ਕੁਰੀਹਰਨ ਦਾ ਪਰ ਮੰਨਣਾ ਇਹ ਸੀਗਾ ਕਿ ਕੁਰੀਹਰਨ ਨੇ ਮੰਨਿਆ ਸੀਗਾ ਕਿ ਛੁਪੀ ਬੇਰੁਜ਼ਗਾਰੀ ਜਿਸ ਤਰ੍ਹਾਂ ਨਕਸ਼ੇ ਕਹਿੰਦੇ ਆ ਕਿ ਤੁਸੀਂ ਉਸਨੂੰ ਐਜ਼ ਅ ਸੇਵਿੰਗ ਯੂਜ਼ ਕਰ ਲਓ, ਐਜ਼ ਅ ਪੋਟੈਂਸ਼ੀਅਲ ਯੂਜ਼ ਕਰ ਲਓ, ਪਰ ਇਸ ਤਰ੍ਹਾਂ ਨਹੀਂ ਹੋਏਗਾ। ਛੁਪੀ ਬੇਰੁਜ਼ਗਾਰੀ ਜੇ ਤੁਸੀਂ ਚੱਕ ਕੇ ਇੰਡਸਟਰੀ ਦੇ ਵਿੱਚ ਲੈ ਕੇ ਜਾਓਗੇ, ਇਸ ਤਰ੍ਹਾਂ ਛੁਪੇ ਬੇਰੁਜ਼ਗਾਰ ਲੈ ਕੇ ਜਾਓਗੇ ਤਾਂ ਨੋ ਡਾਊਟ ਉਹ ਕਹਿੰਦੇ ਆ ਕਿ ਤੁਹਾਡੀ ਇਕਨੋਮਿਕ ਡਿਵੈਲਪਮੈਂਟ ਹੋ ਸਕਦੀ ਹੈ, ਤੁਹਾਡੀ ਕੈਪੀਟਲ ਫਾਰਮੇਸ਼ਨ ਹੋ ਸਕਦੀ ਹੈ। ਪਰ ਜੇ ਇਸ ਤਰ੍ਹਾਂ ਨਾ ਹੋਇਆ ਅਤੇ ਉਹਦੇ ਨਾਲ ਤੁਹਾਡੇ ਐਗਰੀਕਲਚਰ ਦੀ ਕਿਤੇ ਆਊਟਪੁੱਟ ਘੱਟ ਗਈ ਤਾਂ ਤੁਹਾਡੀ ਜਿਹੜੀ ਡਿਵੈਲਪਮੈਂਟ ਪ੍ਰੋਸੈਸ ਥੋੜ੍ਹੀ ਸ਼ੁਰੂ ਵੀ ਹੋਈ ਆ ਉਹ ਵੀ ਰੁਕ ਸਕਦੀ ਹੈ। ਅਤੇ ਇਸ ਲਈ ਇਹ ਵੀ ਕਿਹਾ ਉਹਨਾਂ ਨੇ ਕਿ ਫਿਰ ਇਹ ਵੀ ਹੋ ਸਕਦਾ ਕਿ ਇਹਦੇ ਨਾਲ ਤੁਹਾਡੇ ਜਦੋਂ ਐਗਰੀਕਲਚਰ ਤੋਂ ਉਹਨਾਂ ਨੂੰ ਇੰਡਸਟਰੀ 'ਚ ਮੂਵ ਕਰਾਂਗੇ ਥੋੜ੍ਹੀ ਦੇਰ ਬਾਅਦ ਉਹ ਉੱਥੇ ਯੂਜ਼ ਟੂ ਹੋ ਜਾਣਗੇ ਉਸ ਸਟੈਂਡਰਡ ਆਫ ਲਿਵਿੰਗ ਦੇ, ਔਰ ਉਹਨਾਂ 'ਚ ਡੈਮੋਸਟ੍ਰੇਸ਼ਨ ਇਫੈਕਟ ਵੀ ਆ ਜਾਏਗਾ ਲੇਬਰਰਸ ਦੇ ਵਿੱਚ,
ਔਰ ਬੇਸ਼ੱਕ ਆਪਾਂ ਕਿਹਾ ਸੀ ਫੂਡ ਵੇਸਟ ਦੀਆਂ ਲੋੜਾਂ ਲਈ ਐਗਰੀਕਲਚਰ 'ਤੇ ਰਹਿਣਗੇ, ਇਹਦਾ ਮਤਲਬ ਐਗਰੀਕਲਚਰ 'ਤੇ ਤਾਂ ਬਰਡਨ ਉਨਾ ਹੀ ਰਹੇਗਾ, ਫਿਰ ਵੀ ਉਨਾ ਹੀ ਬਰਡਨ ਰਹੇਗਾ ਅਤੇ ਇੰਡਸਟਰੀ ਵਿੱਚ ਉਹ ਕੰਮ ਕਰਨਗੇ। ਪਰ ਫਿਰ ਹੌਲੀ ਹੌਲੀ ਇਸ ਤਰ੍ਹਾਂ ਹੋਏਗਾ ਕਿ ਹੋਰ ਲੋਕ ਐਗਰੀਕਲਚਰ ਤੋਂ ਇੰਡਸਟਰੀ ਦੇ ਵੱਲ ਮੂਵ ਕਰਨਾ ਸ਼ੁਰੂ ਕਰ ਦੇਣਗੇ। ਅਤੇ ਜੇ ਤਾਂ ਟੈਕਨੀਕ ਮਾਡਰਨ ਆ ਗਈ ਫਿਰ ਤਾਂ ਠੀਕ ਹੈ, ਜੇ ਮਾਡਰਨ ਟੈਕਨੀਕ ਆਫ ਪ੍ਰੋਡਕਸ਼ਨ ਐਗਰੀਕਲਚਰ 'ਚ ਨਹੀਂ ਆਈ ਅਤੇ ਸਾਰੀ ਲੇਬਰ ਤੁਹਾਡੀ ਉੱਧਰ ਮੂਵ ਕਰ ਗਈ ਇੰਡਸਟਰੀ ਵੱਲ, ਅਤੇ ਤੁਹਾਡੀ ਐਗਰੀਕਲਚਰ ਦੀ ਪ੍ਰੋਡਕਸ਼ਨ ਘੱਟ ਜਾਏਗੀ। ਪਹਿਲਾ ਪੁਆਇੰਟ ਇਹ ਹੈ। ਅਤੇ ਦੂਸਰਾ ਇਹ ਹੈ ਕਿ ਉਹ ਜਿਹੜੇ ਲੇਬਰਰਸ ਆ, ਕਿਉਂਕਿ ਐਗਰੀਕਲਚਰ ਦੇ ਲੇਬਰ ਅਤੇ ਇੰਡਸਟਰੀਅਲ ਦੇ ਲੇਬਰਰਸ ਜਿਹੜੇ ਆ ਉਹਨਾਂ ਦੇ ਵਿੱਚ ਕਾਫੀ ਫਰਕ ਹੁੰਦਾ ਹੈ, ਕਿਉਂਕਿ ਇੰਡਸਟਰੀ ਦੇ ਵਿੱਚ ਸਕਿੱਲਸ ਦੀ ਜ਼ਰੂਰਤ ਹੁੰਦੀ ਹੈ, ਉਹਨਾਂ ਦੇ ਕੋਲ ਸਕਿੱਲਸ ਤਾਂ ਹੋਣਗੀਆਂ ਨਹੀਂ। ਅਤੇ ਫਿਰ ਜੇ ਉਹਨਾਂ ਨੂੰ ਸਾਰੇ, ਅਤੇ ਇੰਡਸਟਰੀ ਵੀ ਇੰਨੀ ਜਲਦੀ ਬਹੁਤ ਜ਼ਿਆਦਾ ਡਿਵੈਲਪ ਤਾਂ ਨਹੀਂ ਹੁੰਦੀ, ਇੰਡਸਟਰੀ ਨੂੰ ਡਿਵੈਲਪ ਕਰਨ ਦੇ ਲਈ ਵੀ ਟਾਈਮ ਲੱਗਦਾ ਹੈ। ਅਤੇ ਜੇ ਬਹੁਤ ਜ਼ਿਆਦਾ ਲੋਕ ਇੰਡਸਟਰੀ ਦੇ ਵਿੱਚ ਐਗਰੀਕਲਚਰ ਤੋਂ ਇੰਡਸਟਰੀਅਲ ਸੈਕਟਰ ਨੂੰ ਮੂਵ ਕਰ ਜਾਣਗੇ ਤਾਂ ਉੱਥੇ ਜਾ ਕੇ ਵੀ ਉਹ ਜਿਹੜੀ ਸ਼ਹਿਰੀ ਬੇਰੁਜ਼ਗਾਰੀ ਜਿਹਨੂੰ ਅਸੀਂ ਅਰਬਨ ਅਨਪਲਾਇਮੈਂਟ ਕਹਿੰਦੇ ਆ ਉਹ ਜਨਰੇਟ ਕਰ ਦੇਣਗੇ। ਅਤੇ ਇੱਕ ਹੋਰ ਜਿਹੜੀ ਅਨਪਲਾਇਮੈਂਟ ਦੀ ਟਾਈਪ ਆ ਉਹ ਆ ਜਾਏਗੀ, ਅਤੇ ਫਿਰ ਸਾਨੂੰ ਉਹਨਾਂ ਨਾਲ ਡੀਲ ਕਰਨਾ ਪਏਗਾ, ਉਸ ਨੂੰ ਖਤਮ ਕਰਨ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਉਹ ਕਰਨੀਆਂ ਪੈਣਗੀਆਂ। ਇਹ ਸੀ ਨਰਕਸੇ ਦਾ ਡਿਸਗਾਈਜ਼ਡ ਅਨਪਲਾਇਮੈਂਟ ਦਾ ਸਿਧਾਂਤ, ਛੁਪੀ ਬੇਰੁਜ਼ਗਾਰੀ ਦਾ ਸਿਧਾਂਤ। ਔਰ ਇਹ ਕੰਸੈਪਟ ਇੱਥੇ ਕੰਪਲੀਟ ਹੁੰਦਾ ਹੈ। ਨੈਕਸਟ ਆਪਾਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ ਸੋ ਮਚ।